64 ਕਲਾਵਾਂ ਦਾ ਜ਼ਿਕਰ ਹੈ। ਇਸੇ ਤਰ੍ਹਾਂ ਲਲਿਤ ਵਿਸਤਰ ਵਿੱਚ 84 ਕਲਾ ਲਿਖੀਆਂ ਹਨ। ਸੋ ਜਿਤਨੀਆਂ ਕਲਾ ਕੋਈ ਪੁਰਖ ਆਪਣੇ ਵਿੱਚ ਜ਼ਿਆਦਾ ਰੱਖਦਾ ਹੈ, ਉਤਨਾ ਹੀ ਉਹ ਵੱਡਾ ਕਲਾਵਾਨ ਸਮਝਿਆ ਜਾਂਦਾ ਹੈ। ਜਿਸ ਦੇਸ਼ ਅਤੇ ਕੌਮ ਦੇ ਲੋਕ ਹੋਰਨਾਂ ਨਾਲੋਂ ਵਧੇਰੇ ਕਲਾਵਾਨ ਹਨ, ਉਹੀ ਪ੍ਰਤਾਪੀ ਤੇ ਸਭ ਤੇ ਹੁਕਮ ਚਲਾਉਣ ਵਾਲੇ ਹਨ। ਕਲਾਹੀਣ ਲੋਕ ਸਿਵਾਏ ਗੁਲਾਮੀ ਦੇ ਹੋਰ ਕੁਝ ਨਹੀਂ ਕਰ ਸਕਦੇ। ਜੇਕਰ ਅਸੀਂ ਪੁਰਾਣੇ ਕਵੀਆਂ ਵਾਂਗ ਵਿਦਿਆ ਦੀ ਕਲਾ ਦੀ ਗਿਣਤੀ ਕਰੀਏ ਤਾਂ ਸ਼ਾਇਦ ਸੈਂਕੜੇ ਹੋ ਜਾਣ, ਪਰ ਮੇਰੇ ਖਿਆਲ ਵਿੱਚ 6 ਕਲਾਵਾਂ ਦੇ ਅੰਦਰ ਹੀ ਦੁਨੀਆ ਦੀ ਸਾਰੀ ਕਲਾ ਆ ਜਾਂਦੀ ਹੈ। ਉਹ 6 ਕਲਾਵਾਂ ਹਨ: ਫਿਲਾਸਫੀ, ਸਾਇੰਸ, ਇਤਿਹਾਸ ਵਿਦਿਆ, ਭੂਗੋਲ ਵਿਦਿਆ, ਸਾਹਿਤ ਵਿਦਿਆ ਤੇ ਹੁਨਰ ਤੇ ਕਾਰੀਗਰੀ ਦੀ ਵਿਦਿਆ। ਜੇਕਰ ਅਸੀਂ ਕਲਾਧਾਰੀ ਹੋਣਾ ਆਪਣੇ ਮਨੁੱਖਾ ਜਨਮ ਦਾ ਕਰਤੱਵ ਮੰਨ ਲਈਏ ਤਾਂ ਸਮਝ ਲਵੋ ਰਿੱਧੀ ਸਿੱਧੀ ਆਪ ਦੀ ਦਾਸੀ ਹੈ। ਮੈਂ ਇਹ ਵੀ ਦੱਸ ਦੇਣਾ ਚਾਹੁੰਦਾ ਹਾਂ ਕਿ ਵਿਦਵਾਨ ਲੋਕ ਹੀ ਸਭ ਦੇ ਸਿਰ ਤੇ ਵਿਰਾਜਦੇ ਹਨ ਔਰ ਵਿਦਿਆ ਤੋਂ ਖਾਲੀ ਪੈਰਾਂ ਹੇਠ ਲਤਾੜੇ ਜਾਂਦੇ ਹਨ। ਆਪਨੇ ਮਹਾਭਾਰਤ ਵਿੱਚ ਦਰੋਣਾਚਾਰਿਆ ਦਾ ਪ੍ਰਸੰਗ ਪੜ੍ਹਿਆ ਹੋਣਾ, ਜੋ ਸ਼ਾਸਤਰ ਅਤੇ ਸ਼ਸਤਰ ਵਿਦਿਆ ਦਾ ਅਦੁੱਤੀ ਪੰਡਤ ਸੀ, ਜਿਸ ਨੇ ਆਪਣੀ ਕਲਾ ਨਾਲ ਕੀ ਚਮਤਕਾਰ ਕਰ ਵਿਖਾਏ ਸਨ। ਆਪਨੇ ਇਤਿਹਾਸ ਵਿੱਚ ਪੜ੍ਹਿਆ ਹੋਣਾ ਹੈ ਕਿ ਵਿਦਵਾਨ ਚਾਣਕੇ ਨੇ ਆਪਣੀ ਬੁੱਧੀ ਅਤੇ ਵਿਦਿਆ ਦੇ ਬਲ ਨਾਲ ਕਿਸ ਤਰ੍ਹਾਂ ਚੰਦਰਗੁਪਤ ਨੂੰ ਭਾਰਤ ਦਾ ਸ਼ਹਿਨਸ਼ਾਹ ਬਣਾ ਦਿੱਤਾ ਸੀ। ਇਤਿਹਾਸ ਦੇ ਖੋਜੀ ਚੰਗੀ ਤਰ੍ਹਾਂ ਜਾਣਦੇ ਹਨ ਕਿ ਜਦ ਤੱਕ ਭਾਰਤ ਦੇਸ਼ ਵਿਦਿਆ ਦਾ ਕੇਂਦਰ ਰਿਹਾ ਤਾਂ ਇਸ ਨੂੰ ਆਪਣਾ ਗੁਰੂ ਮੰਨ ਕੇ ਵਿਦੇਸ਼ੀ ਲੋਕ ਵਿਦਿਆ ਪਾਉਣ ਲਈ ਵਿਦਿਆਰਥੀ ਹੋ ਕੇ ਇੱਥੇ ਆਉਂਦੇ ਰਹੇ। ਔਰ ਜਦ ਵਿਦਿਆ ਤੋਂ ਬੇਮੁਖ ਹੋ ਗਿਆ ਤਾਂ ਸਾਰੀ ਮਹਿਮਾ ਖੋ ਬੈਠਾ ਅਤੇ ਹੋਰਨਾਂ ਦਾ ਮੁਹਤਾਜ ਹੋ ਗਿਆ। ਵਿਦਿਆ ਵਿਚਾਰੀ ਤਾਂ ਪਰਉਪਕਾਰੀ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਚੰਗੀ ਤਰ੍ਹਾਂ ਅਨੁਭਵ ਕਰਕੇ ਕਿ ਭਾਰਤ ਦੀ ਦੁਰਦਸ਼ਾ ਦੂਰ ਕਰਨ ਦਾ ਇੱਕੋ ਇੱਕ ਸਾਧਨ ਵਿਦਿਆ ਹੈ, ਉਹਨਾਂ ਨੇ ਸੰਸਕ੍ਰਿਤ, ਅਰਬੀ, ਫਾਰਸੀ ਅਤੇ ਹਿੰਦੀ ਦੇ 52 ਵਿਦਵਾਨ ਆਪਣੀ ਸਭਾ ਵਿੱਚ ਰੱਖ ਕੇ ਅਨੇਕਾਂ ਗ੍ਰੰਥਾਂ ਦੇ ਉਲੱਥੇ ਕਰਵਾਏ ਅਤੇ ਅਨੇਕ ਨਵੇਂ ਗ੍ਰੰਥ ਰਚੇ ਅਤੇ ਕਰਮ ਸਿੰਘ, ਵੀਰ ਸਿੰਘ ਆਦਿ ਪੰਜ ਸਿੰਘ ਵੇਦ, ਵੇਦਾਂਗ, ਖੱਟ ਸ਼ਾਸਤਰ ਆਦਿ ਪੜ੍ਹਨ ਲਈ ਕਾਂਸੀ ਭੇਜੇ, ਜਿਨ੍ਹਾਂ ਨੂੰ ਬਾਅਦ ਵਿੱਚ ਨਿਰਮਲੇ ਕਿਹਾ ਜਾਣ ਲੱਗ ਪਿਆ। ਸਤਿਗੁਰੂ ਇਹ ਜਾਣਦੇ ਸਨ ਕਿ ਅਸੀਂ ਅੰਮ੍ਰਿਤ ਪ੍ਰਚਾਰ ਕਰਕੇ ਜੋ ਮੁਰਦਾ ਜੀਵਾਂ ਨੂੰ ਨਵੀਂ ਜ਼ਿੰਦਗੀ ਬਖਸ਼ਣੀ ਹੈ ਔਰ ਬੁਝਦਿਲ ਕਾਇਰਾਂ ਨੂੰ ਸ਼ੂਰਵੀਰ ਬਣਾ ਕੇ 1.25 ਲੱਖ ਸੰਗ ਇੱਕ ਲੜਾਊ ਸਿੱਧ ਕਰਨਾ ਹੈ, ਇਹ ਪੂਰਾ ਲਾਭਦਾਇਕ ਨਹੀਂ ਹੋਊ ਜਦ ਤੱਕ ਇਹਨਾਂ ਨੂੰ ਵਿਦਵਾਨ ਨਾ ਬਣਾ ਦਿੱਤਾ ਜਾਵੇ। ਕਿਉਂਕਿ ਵਿਦਿਆ ਬਿਨਾਂ ਸੂਰਬੀਰਤਾ ਕਿਸੇ ਕੌਮ ਜਾਂ ਦੇਸ਼ ਨੂੰ ਪੂਰਨ ਸੁੱਖ ਦਾ ਸਾਧਨ ਸਾਬਤ ਨਹੀਂ ਹੋਈ। ਦਸ਼ਮੇਸ਼ ਦੇ ਤਜਰਬੇ ਵਿੱਚ ਇਹ ਗੱਲ ਆ ਚੁੱਕੀ ਸੀ ਕਿ ਵਿਦਿਆ, ਸ਼ਾਂਤੀ ਅਤੇ ਸੂਰਤ, ਇਹ 3 ਗੁਣ ਇਕੱਠੇ ਕੀਤੇ ਬਿਨਾਂ ਕੌਮ ਨਾ ਮੁਕੰਮਲ ਹੈ। ਕਰਤਾਰ ਨੇ ਜਦ ਸਾਰੀ ਰਚਨਾ 3 ਗੁਣਾਂ ਰਜੋ, ਤਮੋ ਅਤੇ ਸਤੋ ਦੇ ਮੇਲ ਤੋਂ ਬਣਾਈ ਹੈ ਤਾਂ ਕੋਈ ਕੌਮ ਵੀ ਤ੍ਰਿਗੁਣ ਰਹਿਤ ਹਸਤੀ ਨਹੀਂ ਰੱਖ ਸਕਦੀ। ਵਿਦਿਆ ਰਜੋਗੁਣ, ਸ਼ਾਂਤੀ ਸਤੋਗੁਣ ਅਤੇ ਸੂਰਤਵ ਤਮੋਗੁਣ ਹੈ। ਵੱਖ ਹੋਏ ਇਹ ਗੁਣ ਕਾਰਜ ਸਿੱਧ ਨਹੀਂ ਕਰ ਸਕਦੇ, ਸਗੋਂ ਲਾਭ ਦੀ ਥਾਂ ਹਾਨੀਕਾਰਕ ਸਾਬਤ ਹੋਏ ਹਨ। ਇਸ ਸੰਸਾਰ ਅੰਦਰ ਜਿਨ੍ਹਾਂ ਵਿੱਚ ਸਤੋਗੁਣ ਦੀ ਅਧਿਕਤਾ ਹੋਈ, ਉਹ ਮੱਛਰ ਮਾਰਨ ਨੂੰ ਵੀ ਸੰਕੋਚ ਕਰਕੇ ਸਾਰੇ ਸੰਸਾਰ ਦਾ ਰਾਜ ਭਾਗ ਖੋ ਬੈਠੇ। ਜਿਨ੍ਹਾਂ ਵਿੱਚ ਰਜੋਗੁਣ ਦੀ ਅਧਿਕਤਾ ਹੋਈ, ਉਹ ਦੁਨੀਆ ਵਿੱਚ ਭੋਗ ਵਿਲਾਸ ਅਤੇ ਰਾਸਲੀਲਾ ਵਿੱਚ ਹੀ ਮਗਨ ਹੋ ਗਏ ਅਤੇ ਤਮੋਗੁਣ ਦੀ ਅਧਿਕਤਾ ਵਾਲੇ ਜਗਤ ਨੂੰ ਰਾਖਸ ਰੂਪ ਪ੍ਰਤੀਤ ਹੋਣ ਲੱਗੇ। ਪਰ ਇਹਨਾਂ 3 ਗੁਣਾਂ ਰਜੋ, ਤਮੋ, ਸਤੋ ਨੂੰ ਕਿਸ ਤਰ੍ਹਾਂ ਇੱਕ ਮਨੁੱਖ ਵਿੱਚ ਜ਼ਰੂਰਤ ਅਨੁਸਾਰ ਪੈਦਾ ਕਰਨਾ ਹੈ, 3 ਗੁਣਾਂ ਦੇ ਜੁਜ਼ਬ ਕਿਸ ਮਿਕਦਾਰ ਦੇ ਹੋਣ, ਇਹ ਤਜਵੀਜ਼ ਕਰਨਾ ਖਾਸ ਤਬੀਬ ਦੇ ਨੁਸਖੇ ਵਾਂਗ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਿਮਾਗ ਦਾ ਹੀ ਕੰਮ ਸੀ। ਪ੍ਰੇਮੀ ਵੀਰੋ, ਜਿੱਥੇ ਸਾਨੂੰ ਅਜਿਹੇ ਅਦੁੱਤੀ ਧਰਮਵੀਰ ਸਿਰ ਅਵਤਾਰ ਨ ਅਵਤਾਰ ਸ੍ਰੀ ਗੁਰੂ ਸਾਹਿਬ ਦੇ ਸੇਵਕ ਹੋਣ ਦਾ ਫਖਰ ਅਤੇ ਆਨੰਦ ਹੈ, ਉਸ ਦੇ ਨਾਲ ਹੀ ਆਪਣੇ ਵੱਲ ਤੱਕ ਕੇ ਭਾਰੀ ਲੱਜਾ ਤੇ ਭਾਰੀ ਅਫਸੋਸ ਤੇ ਲੱਜਾ ਵੀ ਘੱਟ ਨਹੀਂ, ਕਿਉਂਕਿ ਅਸੀਂ ਆਪਣੇ ਪੇਸ਼ਵਾ ਦੇ ਪਾਏ ਪੂਰਨਿਆਂ ਤੇ ਨਹੀਂ ਚੱਲ ਰਹੇ। ਮੈਂ ਆਪ ਨੂੰ ਕਰਮ ਅਨੁਸਾਰ ਦੱਸਣ ਦਾ ਯਤਨ ਕਰਾਂਗਾ, ਜਿਸ ਤੋਂ ਆਪ ਨੂੰ ਚੰਗੀ ਤਰ੍ਹਾਂ ਮਾਲੂਮ ਹੋ ਜਾਵੇ ਕਿ ਸਾਡੀ ਉੱਨਤੀ ਲਈ ਸਤਿਗੁਰਾਂ ਦਾ ਕੀ ਭਾਵ ਸੀ ਤੇ ਕੀ ਉਹਨਾਂ ਦਾ ਯਤਨ ਸੀ ਤੇ ਹੁਣ ਅਸੀਂ ਕੀ ਕਰ ਰਹੇ ਹਾਂ।
ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਨੇ ਵਿਚਾਰਿਆ ਕਿ ਉਪਨਿਸ਼ਦਾਂ ਵਿੱਚ ਦੱਸੀ ਵਿਦਿਆ ਅਪਰਾ ਵਿਦਿਆ ਅਰਥਾਤ ਜਗਤ ਦੇ ਕਾਰਜ ਸਿੱਧ ਕਰਨ ਵਾਲੀ ਵਿਦਿਆ, ਤੇ ਦੂਜੀ ਪਰਾ ਵਿਦਿਆ ਅਰਥਾਤ ਆਤਮ ਗਿਆਨ ਦੀ ਵਿਦਿਆ। ਇਹ ਦੋ ਪ੍ਰਕਾਰ ਦੀ ਵਿਦਿਆ ਤੋਂ ਬਗੈਰ ਸੰਸਾਰ ਨੂੰ ਸੁਖਦਾਈ ਨਹੀਂ ਬਣਾਇਆ ਜਾ ਸਕਦਾ। ਅਤੇ ਜਾਤੀ ਅਭਿਮਾਨ ਜੋ ਮਨੁੱਖ ਮਾਤਰ ਨੂੰ ਇੱਕ ਦੂਜੇ ਤੋਂ ਨਖੇੜ ਕੇ ਆਪੋ ਵਿੱਚ ਹੀ ਨਫ਼ਰਤ ਅਤੇ ਬੈਰ ਦਾ ਕਾਰਨ ਹੋ ਗਿਆ ਹੈ, ਮਿਟਾਏ ਬਿਨਾ ਏਕ ਪਿਤਾ ਏਕ ਇਸਕੇ ਹਮ ਬਾਰਿਕ ਦਾ ਉੱਚ ਭਾਵ ਕਦੇ ਮਨ ਵਿੱਚ ਨਹੀਂ ਵਸ ਸਕਦਾ। ਇਸ ਵਾਸਤੇ ਗੁਰੂ ਸਾਹਿਬ ਨੇ ਦੇਸ਼ ਦੇਸ਼ਾਂਤਰਾਂ ਵਿੱਚ ਵਿਚਰ ਕੇ ਪਿੰਡ-ਪਿੰਡ ਅਧਿਆਤਮਿਕ ਵਿਦਿਆ ਲਈ ਧਰਮਸਾਲ ਜਾਂ ਧਾਰਮਿਕ ਕੇਂਦਰ ਸਥਾਪਿਤ ਕੀਤੇ। ਘਰ ਘਰ ਅੰਦਰ ਧਰਮਸਾਲ ਹੋ ਕੇ ਹਰ ਪਾਸੇ ਗੁਰਮਤ ਦਾ ਪ੍ਰਚਾਰ ਹੋ ਗਿਆ। ਫਿਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਖਿਆਲ ਕੀਤਾ ਕਿ ਗੁਰਬਾਣੀ ਨੂੰ ਗਹਿਰਾਈ ਨਾਲ ਸਮਝਣ ਲਈ ਗੁਰਮੁਖੀ ਲਿਪੀ ਪੰਜਾਬੀ ਵਰਨਮਾਲਾ ਦਾ ਪ੍ਰਚਾਰ ਕਰਨਾ ਬੜਾ ਜ਼ਰੂਰੀ ਹੈ। ਗੁਰੂ ਅੰਗਦ ਦੇਵ ਜੀ ਨੂੰ ਆਗਿਆ ਹੋਈ ਕਿ ਇਸ ਤਾਲੀਮ ਦਾ ਕੰਮ ਆਪਣੇ ਹੱਥੀਂ ਲੈ ਕੇ ਉਹ ਪ੍ਰਚਾਰ ਕਰਨ। ਸਤਿਗੁਰਾਂ ਦੇ ਹੁਕਮ ਨਾਲ ਦੂਜੇ ਸਤਿਗੁਰੂ ਜੀ ਨੇ ਬਾਲਕਾਂ ਨੂੰ ਸੰਥਿਆ ਦੇਣੀ ਆਰੰਭ ਕਰ ਦਿੱਤੀ ਅਤੇ ਅਨੇਕ ਸਿੱਖਾਂ ਨੂੰ ਵਿਦਵਾਨ ਬਣਾਇਆ ਅਤੇ ਸਰੀਰਕ ਬਲ ਲਈ ਖੇਡਾਂ ਆਰੰਭ ਕੀਤੀਆਂ। ਗੁਰੂ ਅਮਰਦਾਸ ਜੀ ਨੇ 22 ਧਰਮ ਪ੍ਰਚਾਰਕ ਥਾਪੇ ਅਤੇ ਸਿੱਖਾਂ ਨੂੰ ਹੁਕਮ ਕੀਤਾ ਕਿ ਗੁਰਬਾਣੀ ਦੀਆਂ ਪੋਥੀਆਂ ਲਿਖ ਕੇ ਆਪਣੇ ਪਿਆਰੇ ਸਿੱਖਾਂ ਨੂੰ ਬਿਨਾਂ ਮੁੱਲ ਦਿਓ ਅਤੇ ਇਸ ਸੇਵਾ ਨੂੰ ਸਿੱਖੀ ਦਾ ਅੰਗ ਸਮਝੋ। ਗੁਰੂ ਸਾਹਿਬਾਨਾਂ ਵੱਲੋਂ ਵਿਦਿਆ ਦੇ ਪ੍ਰਚਾਰ ਦਾ ਇਹ ਕੰਮ ਨਿਰੰਤਰ ਅੱਗੇ ਵਧਦਾ ਗਿਆ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਰਚ ਕੇ ਜੋ ਪਰਉਪਕਾਰ ਕੀਤਾ ਉਸ ਦਾ ਵਰਣਨ ਅਨੇਕ ਰਸਨਾ ਤੋਂ ਵੀ ਨਹੀਂ ਹੋ ਸਕਦਾ। ਪੰਜਵੇਂ ਗੁਰੂ ਸਾਹਿਬ ਨੇ ਭਾਈ ਗੁਰਦਾਸ ਤੋਂ ਸਿੱਖਾਂ ਦਾ ਰਹਿਤਨਾਮਾ ਤਿਆਰ ਕਰਵਾਇਆ ਅਤੇ ਬਾਬਾ ਬੁੱਢਾ ਜੀ ਨੂੰ ਦਰਬਾਰ ਸ੍ਰੀ ਅੰਮ੍ਰਿਤਸਰ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਗ੍ਰੰਥੀ ਥਾਪ ਕੇ ਬਾਲਕਾਂ ਦੇ ਪੜ੍ਹਾਉਣ ਦੀ ਸੇਵਾ ਉਹਨਾਂ ਦੇ ਸਪੁਰਦ ਕੀਤੀ ਅਤੇ ਆਪਣੇ ਸਪੁੱਤਰ ਗੁਰੂ ਹਰਗੋਬਿੰਦ ਸਾਹਿਬ ਨੂੰ ਉਹਨਾਂ ਪਾਸ ਪੜ੍ਹਨੇ ਪਾਇਆ। ਗੁਰੂ ਨਾਨਕ ਦੇਵ ਜੀ ਦੀ ਚਲਾਈ ਕੀਰਤਨ ਦੀ ਰੀਤ ਨੂੰ ਅਜਰ ਅਮਰ ਕਰਨ ਲਈ ਤਾਨਪੁਰਾ ਅਤੇ ਸਾਰੰਦਾ ਹੱਥ ਵਿੱਚ ਫੜ ਕੇ ਸਿੱਖਾਂ ਨੂੰ ਸੰਗੀਤ ਵਿਦਿਆ ਸਿਖਾਈ। ਛੇਵੇਂ ਗੁਰੂ ਹਰਗੋਬਿੰਦ ਸਾਹਿਬ ਨੇ ਪੁਸਤਕ ਸਿੱਖਿਆ ਦੇ ਨਾਲ ਸ਼ਾਸਤਰ ਵਿਦਿਆ ਦਾ ਵੀ ਪ੍ਰਚਾਰ ਆਰੰਭਿਆ। ਸੱਤਵੇਂ ਗੁਰੂ ਹਰਰਾਏ ਸਾਹਿਬ ਨੇ ਵਨਸਪਤੀ ਵਿਦਿਆ, ਆਯੁਰਵੇਦ, ਜੀਵ ਜੰਤੂ ਵਿਦਿਆ ਦੀ ਵਿਰਿਧੀ ਲਈ ਕੀਰਤਪੁਰ ਨਿਵਾਸ ਕਰਕੇ ਅਟੁੱਟ ਯਤਨ ਕੀਤਾ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਪ੍ਰਯਾਗ, ਕਾਂਸੀ, ਪਟਨਾ ਆਦਿਕ ਵਿੱਚ ਗੁਰੂ ਨਾਨਕ ਦੇਵ ਜੀ ਦਾ ਅਕਾਲੀ ਧਰਮ ਪ੍ਰਚਾਰਨ ਲਈ ਹਿੰਦੀ ਬੋਲੀ ਵਿੱਚ ਮਨੋਹਰ ਰਚਨਾ ਕੀਤੀ। ਕਲਗੀਧਰ ਸੁਆਮੀ ਨੇ ਅੰਮ੍ਰਿਤ ਪ੍ਰਚਾਰ ਕਰਕੇ ਜੋ ਖਾਲਸਾ ਦੀ ਰਹਿਤ ਮਰਿਆਦਾ ਥਾਪੀ ਅਤੇ ਸ਼ਸਤਰ ਵਿਦਿਆ ਦਾ ਅਭਿਆਸ ਲਾਜ਼ਮੀ ਠਹਿਰਾਇਆ ਅਤੇ ਲਿਟਰੇਚਰ ਸਾਹਿਤ ਵਿਦਿਆ ਲਈ ਜੋ ਯਤਨ ਕੀਤੇ ਉਹ ਆਪ ਤੋਂ ਗੁੱਝੇ ਨਹੀਂ। ਭਾਵੇਂ ਉਸ ਸਮੇਂ ਦਾ ਲਿਖਿਆ ਵਿਦਿਆ ਦਾ ਸਮੁੰਦਰ ਰੂਪ ਗ੍ਰੰਥ ਵਿਦਿਆ ਸਾਗਰ ਵਿਦਿਆ ਵਿਰੋਧੀਆਂ ਦੇ ਹੱਥੋਂ ਨਸ਼ਟ ਹੋ ਗਿਆ, ਪਰ ਅਜੇ ਵੀ ਮਹਾਭਾਰਤ, ਭਾਗਵਤ, ਮਾਰਕੰਡੇ ਪੁਰਾਣ ਆਦਿਕ ਅਨੇਕ ਗ੍ਰੰਥਾਂ ਦੇ ਉਲੱਥੇ ਸਾਨੂੰ ਮਿਲਦੇ ਹਨ। ਆਓ ਹੁਣ ਅਸੀਂ ਸਿਲਸਿਲੇਵਾਰ ਇਹਨਾਂ ਗੱਲਾਂ ਬਾਰੇ ਵਿਚਾਰ ਕਰੀਏ ਕਿ ਅਸੀਂ ਗੁਰੂ ਸਾਹਿਬ ਦਾ ਭਾਅ ਪੂਰਾ ਕਰਨ ਲਈ ਕੀ ਕੀਤਾ ਹੈ। ਕੀ ਸਾਡੇ ਧਰਮ ਸਥਾਨਾਂ ਦੇ ਭਾਈ ਅਰ ਗੁਰੂ ਕੇ ਸਿੱਖ ਆਪਣੇ ਅੰਦਰ ਸੇਵਾ ਦਾ ਉਹ ਭਾਵ ਰੱਖਦੇ ਹਨ ਜਿਹਾ ਕਿ ਸਤਿਗੁਰਾਂ ਦਾ ਹੁਕਮ ਹੈ। ਆਪ ਤੋਂ ਇਹ ਗੱਲ ਗੁੱਝੀ ਨਹੀਂ ਕਿ ਗੁਰੂ ਕੇ ਪਿਆਰੇ ਸਿੱਖਾਂ ਵਿੱਚ ਹੁਣ ਸੇਵਾ ਭਾਵ ਘਟਦਾ ਜਾ ਰਿਹਾ ਹੈ। ਜੇ ਕਦੀ ਉਹ ਸ੍ਰੀ ਗੁਰੂ ਅੰਗਦ ਦੇਵ ਜੀ ਦੀ, ਸ੍ਰੀ ਗੁਰੂ ਅਮਰਦਾਸ ਜੀ ਦੀ ਸੇਵਾ ਦੀ ਕਥਾ ਪੜ੍ਹਦੇ ਅਤੇ ਨਵਾਬ ਕਪੂਰ ਸਿੰਘ ਜੀ ਅਤੇ ਮਾਈ ਫਤਿਹ ਕੌਰ ਜੀ ਦੇ ਪ੍ਰਸੰਗ ਸੁਣਦੇ